ਸਤਿ ਸ਼੍ਰੀ ਅਕਾਲ ਦਰਸ਼ਕੋ। ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਕਿਸੇ ਨਾ ਕਿਸੇ ਸ਼ਖਸੀਅਤ ਦੇ ਅਸੀਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਤੇ ਸਾਡੇ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਰਜਿੰਦਰ ਕੌਰ, ਜੋ ਕਿ ਬਤੌਰ ਵਾਈਸ ਪ੍ਰਿੰਸੀਪਲ ਮੁਖੀ ਪੰਜਾਬੀ ਵਿਭਾਗ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਵੇਲੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ 31 ਦਸੰਬਰ ਨੂੰ ਇਹਨਾਂ ਨੇ ਰਿਟਾਇਰ ਹੋਣਾ ਹੈ। ਤੇ ਅੱਜ ਦੀ ਸਾਡੀ ਜਿਹੜੀ ਗੱਲਬਾਤ ਹੈ ਉਹ ਥੋੜੀ ਜੀ ਗੈਰ ਰਸਮੀ ਗੱਲਬਾਤ ਜਿਹੜੀ ਅਸੀਂ ਉਹਨਾਂ ਨਾਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਮੈਂ ਬਹੁਤ ਸਵਾਗਤ ਕਰਦੀ ਹਾਂ ਤੁਹਾਡਾ। ਸਭ ਤੋਂ ਪਹਿਲਾਂ ਸਾਨੂੰ ਆਪਣੇ ਪਰਿਵਾਰ ਤੇ ਅਕਾਦਮਿਕ ਸਫ਼ਰ ਦੇ ਬਾਰੇ ਚ ਦੱਸੋ। ਰਣਦੀਪ, ਮੇਰਾ ਅਕਾਦਮਿਕ ਸਫ਼ਰ ਜਿਹੜਾ ਹੈ ਤਲਵੰਡੀ ਮਲਕ ਜ਼ਿਲ੍ਹਾ ਫਤਿਹਗੜ੍ਹ ਜ਼ਿਲ੍ਹਾ ਪਟਿਆਲਾ ਦੇ ਵਿੱਚ ਮੇਰਾ ਪਿੰਡ ਹੈ, ਉੱਥੇ ਮੇਰਾ ਜਨਮ ਹੋਇਆ। ਔਰ ਉਸ ਤੋਂ ਬਾਅਦ ਮੇਰੇ ਵੱਡੇ ਸਿਸਟਰਸ ਉਹਨਾਂ ਨੇ ਕਾਲਜ ਦੇ ਵਿੱਚ ਸਟੱਡੀ ਕਰਨੀ ਸੀ, ਇਸ ਕਰਕੇ ਮੇਰੇ ਫਾਦਰ ਸਾਹਿਬ ਨੇ ਸਮਾਣੇ ਦੇ ਵਿੱਚ ਜਗ੍ਹਾ ਲਈ, ਉੱਥੇ ਮਕਾਨ ਬਣਾਇਆ ਔਰ ਉਹਨਾਂ ਦੀ ਹਾਇਰ ਐਜੂਕੇਸ਼ਨ ਕਰਕੇ ਸਾਨੂੰ ਆਪਣੇ ਪਿੰਡ ਤੋਂ ਸਮਾਣਾ ਸ਼ਿਫਟ ਕਰਨਾ ਪਿਆ। ਮੈਂ ਸਮਾਣੇ ਦੇ ਪਬਲਿਕ ਸਕੂਲ ਤੋਂ ਮੈਟ੍ਰਿਕ ਪਾਸ ਕੀਤੀ। ਉਸ ਤੋਂ ਬਾਅਦ ਮੋਦੀ ਕਾਲਜ ਤੋਂ ਪ੍ਰੈਪ ਕਰਕੇ ਔਰ ਬਾਕੀ ਮੇਰੀ ਐਜੂਕੇਸ਼ਨ BA ਆਨਰਸ, MA ਆਨਰਸ, MPhil ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੈ। ਤੇ ਮੈਂ ਆਪਣੀ ਸਰਵਿਸ ਦੇ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD ਕੀਤੀ ਹੈ ਜੀ। ਤੇ ਤੁਸੀਂ ਬਤੌਰ ਅਸਿਸਟੈਂਟ ਪ੍ਰੋਫੈਸਰ ਕਦੋਂ ਪੜ੍ਹਾਉਣਾ ਸ਼ੁਰੂ ਕੀਤਾ? ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦੀ ਹਾਂ ਔਰ ਮੈਂ ਸ਼ੁਕਰ ਕਰਨੀ ਹਾਂ ਅਕਾਲ ਪੁਰਖ ਦਾ ਕਿ ਮੈਂ MPhil ਮੇਰੀ ਪੂਰੀ ਹੋਈ ਮਾਰਚ 1990 ਦੇ ਵਿੱਚ ਮੇਰਾ ਵਾਈਵਾ ਹੋਇਆ ਔਰ ਉਸ ਨਵੰਬਰ 1991 ਦੇ ਵਿੱਚ ਮੈਂ ਬਤੌਰ ਅਸਿਸਟੈਂਟ ਪ੍ਰੋਫੈਸਰ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਵਿੱਚ ਰੈਗੂਲਰ ਅਸਾਮੀ ਦੇ ਉੱਤੇ ਜੁਆਇਨ ਕਰ ਲਿਆ ਜੀ। ਮੈਮ, ਜਿਸ ਵੇਲੇ ਤੁਸੀਂ ਪੜ੍ਹਾਈ ਕੀਤੀ ਉਹ ਜਿਹੜਾ ਦੌਰ ਸੀ, ਕੁੜੀਆਂ ਨੂੰ ਇਹਨਾਂ ਨਹੀਂ ਸੀ ਪੜ੍ਹਾਇਆ ਜਾਂਦਾ, ਹੈ ਨਾ। ਤੇ ਡਾਕਟਰ ਰਜਿੰਦਰ ਕੌਰ, 4 ਭੈਣਾਂ, ਭਰਾ ਕੋਈ ਹੈ ਨਹੀਂ ਹੈ, ਤਾਂ ਕਿਸ ਤਰ੍ਹਾਂ ਜਾਂ ਪਰਿਵਾਰਿਕ ਮਾਹੌਲ ਕਿਸ ਤਰ੍ਹਾਂ ਦਾ ਸੀ? ਪਰਿਵਾਰਕ ਮਾਹੌਲ ਇੱਦਾਂ ਦਾ ਸੀ ਬੇਟਾ ਕਿ ਜਦੋਂ ਮੇਰੇ ਵੱਡੇ ਸਿਸਟਰ, ਮੈਂ ਆਈ ਐਮ ਦਾ ਯੰਗੈਸਟ ਡਾਟਰ, ਵੱਡੇ ਸਿਸਟਰ ਉਹਨਾਂ ਨੇ ਮੈਟ੍ਰਿਕ ਕੀਤੀ ਸਕੂਲ ਤੋਂ, ਪਿੰਡ ਦੇ ਸਕੂਲ ਤੋਂ, ਤਾਂ ਉਹਨਾਂ ਨੇ ਕਿਹਾ ਕਿ ਮੈਂ ਮੈਡੀਕਲ ਕਰਨਾ ਹੈ। ਇਹ ਬਹੁਤ ਵੱਡੀ ਗੱਲ ਸੀ ਕਿਉਂਕਿ ਉਹ ਪਹਿਲੀ ਲੜਕੀ ਸੀ ਜਿਹਨੇ ਪਿੰਡ ਤੋਂ ਮੈਟ੍ਰਿਕ ਕੀਤੀ। ਤੇ ਮੇਰੇ ਫਾਦਰ ਸਾਹਿਬ ਨੂੰ ਮੇਰੇ ਚਾਚਾ ਜੀ ਉਹਨਾਂ ਨਾਲ ਜਦੋਂ ਉਹਨਾਂ ਨੇ ਕਿਹਾ ਕਿ ਬੇਟੀ ਕਹਿੰਦੀ ਪੜ੍ਹਨਾ ਹੈ, ਤੇ ਉਹਨਾਂ ਨੇ ਕਿਹਾ ਫਿਰ ਇਹਨੂੰ, ਬੇਟੀ ਨੂੰ ਪੜ੍ਹਾ ਤੂੰ, ਅਸੀਂ ਸਾਡੇ ਨਾਲ ਤੇ ਤੇਰਾ ਕੋਈ ਤਾਲੁਕਾਤ ਨਹੀਂ, ਕੋਈ ਰਿਲੇਸ਼ਨ ਨਹੀਂ ਹੈ। ਉਹ ਦੌਰ ਹੀ ਇਸ ਤਰ੍ਹਾਂ ਦਾ ਸੀ। ਦੌਰ ਇਦਾਂ ਦਾ ਸੀ ਕਿ ਜੇ ਬੇਟੀ ਬਾਹਰ ਚਲੀ ਗਈ ਤੇ ਫਿਰ ਘਰ ਸ਼ਾਇਦ ਹੀ ਆਏ। ਇਹ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਕਹਿ ਲਓ ਜਾਂ ਉਸ ਵਕਤ ਦੇ ਹਾਲਾਤ ਕਹਿ ਲਓ। ਤਾਂ ਮੇਰੇ ਵੱਡੇ ਸਿਸਟਰ ਉਹਨਾਂ ਨੂੰ ਮੇਰੇ ਫਾਦਰ ਸਾਹਿਬ ਨੇ ਅੰਮ੍ਰਿਤਸਰ ਦੇ ਵਿੱਚ ਮੈਡੀਕਲ ਕਰਨ ਵਾਸਤੇ ਭੇਜ ਦਿੱਤਾ। ਉਹਨਾਂ ਨੇ ਉੱਥੋਂ ਮੈਡੀਕਲ ਦੀ ਪੜ੍ਹਾਈ ਕਰਕੇ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਉਹ ਬਤੌਰ ਡਾਕਟਰ ਉਹਨਾਂ ਨੇ ਸੇਵਾ ਨਿਭਾਈ ਹੈ ਕਾਫੀ ਸਮਾਂ। ਔਰ ਉਹਨਾਂ ਨੇ ਫਿਰ ਜਦੋਂ ਮਹਿਸੂਸ ਕੀਤਾ ਕਿ ਹਾਂ ਪੜ੍ਹਾਈ ਦੀ ਕੀ ਵੈਲਿਊ ਹੈ, ਤੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਹੁਣ ਆਪਣੀਆਂ ਛੋਟੀਆਂ ਭੈਣਾਂ ਨੂੰ ਵੀ ਪੜ੍ਹਾਉਣਾ ਹੈ। ਮੇਰੇ ਫਾਦਰ ਸਾਹਿਬ ਦੇ ਨਾਲ ਮੇਰੇ ਸਿਸਟਰ ਦਾ ਬਹੁਤ ਵੱਡਾ ਰੋਲ ਹੈ ਸਾਨੂੰ ਪੜ੍ਹਾਈ ਕਰਾਉਣ ਦੇ ਵਿੱਚ। ਤੇ ਅਸੀਂ ਥੈਂਕਫੁਲ ਆ ਮੈਂ ਆਪਣੇ ਪੇਰੈਂਟਸ ਦੀ ਕਿ ਉਸ ਦੌਰ ਦੇ ਵਿੱਚ ਜਦੋਂ ਲੜਕੀਆਂ ਨੂੰ ਪੜ੍ਹਾਉਣਾ ਤਾਂ ਬਹੁਤ ਹੀ ਦੂਰ ਦੀ ਗੱਲ ਹੈ, ਬਾਹਰ ਵੀ ਨਹੀਂ ਸੀ ਕੱਢਿਆ ਜਾਂਦਾ, ਤਾਂ ਉਦੋਂ ਸਾਡੇ ਫਾਦਰ ਸਾਹਿਬ ਨੇ ਸਾਨੂੰ, ਮਦਰ ਨੇ ਸਾਨੂੰ ਇਹ ਅਲਾਉ ਕੀਤਾ ਕਿ ਤੁਸੀਂ ਜਾਓ ਬੇਟਾ, ਜਿੰਨੀ ਪੜ੍ਹਾਈ ਕਰਨੀ ਹੈ ਕਰੋ, ਪਰ ਆਪਣੇ ਪੇਰੈਂਟਸ ਦੀ ਇੱਜ਼ਤ ਦਾ ਧਿਆਨ ਰੱਖਣਾ। ਇਹ ਉਹਨਾਂ ਨੇ ਜਾਂਦੇ ਹੋਏ ਸਾਨੂੰ ਇੱਕ ਸਿੱਖਿਆ ਦਿੱਤੀ। ਔਰ ਅਸੀਂ ਤਕਰੀਬਨ ਛੋਟੇ ਸਿਸਟਰਸ ਜਿਹੜੇ ਨੇ ਉਹ ਅਸੀਂ ਸਾਰੇ ਹੋਸਟਲਾਂ 'ਚ ਰਹਿ ਕੇ ਆਪਣੀ ਪੜ੍ਹਾਈ ਕੀਤੀ ਜੀ। ਅੱਜ ਕਿੰਨੇ ਵਰੇ ਹੋ ਗਏ ਨੇ ਤੁਹਾਨੂੰ ਅਧਿਆਪਨ ਦੇ ਨਾਲ ਜੁੜੇ ਹੋਏ? ਮੈਂ ਨਵੰਬਰ 1991 ਤੋਂ ਮਾਤਾ ਗੁਜਰੀ ਕਾਲਜ ਦੇ ਵਿੱਚ ਜੌਬ ਕਰ ਰਹੀ ਹਾਂ ਔਰ ਇਸੇ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਕਾਲਜਾਂ ਦੇ ਵਿੱਚ ਮੈਨੂੰ ਤਕਰੀਬਨ 7 ਸਾਲ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਉਹ ਹਰਿਆਣਾ ਦੇ ਕਾਲਜ ਨੀ ਸਿੰਘ ਜੋ ਲੜਕੀਆਂ ਦਾ ਕਾਲਜ ਸੀ, ਤੇ ਉਸ ਤੋਂ ਬਾਅਦ ਮੇਰੀ ਟਰਾਂਸਫਰ ਹੋ ਗਈ ਸੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫॉर ਗਰਲਸ ਆਕੜ ਜ਼ਿਲ੍ਹਾ ਪਟਿਆਲਾ ਦੇ ਵਿੱਚ। ਤੇ ਮੈਂ ਨਵੰਬਰ 1991 ਤੋਂ ਬਤੌਰ ਪ੍ਰੋਫੈਸਰ ਤੇ ਪ੍ਰਿੰਸੀਪਲ ਸੇਵਾ ਨਿਭਾ ਰਹੀ ਹਾਂ।
ਇੱਕ ਔਰਤ ਜਦੋਂ ਕੰਮਕਾਜੀ ਹੁੰਦੀ ਹੈ ਹਨਾ, ਤਾਂ ਅਕਸਰ ਕਿਹਾ ਜਾਂਦਾ ਕਿ ਆਪਣੇ ਦਫ਼ਤਰ ਦੀਆਂ ਜਾਂ ਆਪਣੇ ਕਾਲਜ ਦੀਆਂ ਗੱਲਾਂ ਘਰ ਨਹੀਂ ਲੈ ਕੇ ਜਾਣੀਆਂ, ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਵੱਖਰਾ ਰੱਖਣਾ। ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ, ਸੰਭਵ ਹੈ? ਨਹੀਂ ਜੀ, ਬਿਲਕੁਲ ਸੰਭਵ ਨਹੀਂ ਹੈ। ਘੱਟੋ ਘੱਟ ਮੇਰਾ ਆਪਣਾ ਤਜਰਬਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਜੀ। ਮੇਰਾ ਤਾਂ ਕਾਲਜ ਤੇ ਘਰ ਹਮੇਸ਼ਾ ਇਕੱਠਾ ਰਿਹਾ, ਹਮ ਔਰ ਖਾਸ ਤੌਰ ਤੇ ਇਹ ਜਿਹੜਾ ਟੈਕਨੋਲੋਜੀ ਯੁੱਗ ਆ ਗਿਆ ਹੈ, ਇਹਦੇ ਵਿੱਚ ਤਾਂ ਮੇਰੀਆਂ ਦੋ ਬੇਟੀਆਂ ਨੇ, ਰਣਦੀਪ, ਜੀ। ਔਰ ਮੇਰੀਆਂ ਬੇਟੀਆਂ ਪੂਰੀ ਤਰ੍ਹਾਂ ਇਨਵੋਲਵ ਨੇ। ਮੇਰੇ ਬੇਟੀਆਂ ਨੂੰ ਹੁਣ ਤੁਸੀਂ ਫੋਨ ਕਰਕੇ ਪੁੱਛ ਲਓ ਕਿ ਕੱਲ ਕਾਲਜ ਦੇ ਵਿੱਚ ਕੀ ਹੋਇਆ, ਤਾਂ ਉਹਨਾਂ ਨੂੰ ਪਤਾ ਹੁੰਦਾ, ਕਿਉਂਕਿ ਮੈਂ ਉਹਨਾਂ ਦੀ ਹੈਲਪ ਲੈਂਦੀ ਹਾਂ। ਮੈਨੂੰ ਜਿਹੜੀ ਗੱਲ ਸਮਝ ਨਹੀਂ ਆਉਂਦੀ, ਕੋਈ ਬੇਸ਼ੱਕ ਉਹ ਡਿਪਾਰਟਮੈਂਟ ਦਾ ਕੰਮ ਹੈ ਜਾਂ ਕਾਲਜ ਦਾ ਕੰਮ ਹੈ, ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਹੁੰਦੀਆਂ ਨੇ ਡਿਊਟੀ ਦੌਰਾਨ ਇੱਕ ਲੇਡੀ ਦੀਆਂ, ਔਰ ਉਹ ਮੈਂ ਆਪਣੀ ਕਪੈਸਿਟੀ ਦੇ ਮੁਤਾਬਕ ਨਿਭਾਈਆਂ ਨੇ, ਔਰ ਉਹਦੇ ਵਿੱਚ ਮੇਰੀਆਂ ਬੇਟੀਆਂ ਨੇ ਮੇਰੀ ਬੜੀ ਹੈਲਪ ਕੀਤੀ ਹੈ। ਤੇ ਇਹਨੂੰ ਆਪਾਂ ਬਿਲਕੁਲ ਨਹੀਂ ਕਹਿ ਸਕਦੇ ਕਿ ਪ੍ਰੋਫੈਸ਼ਨਲ ਲਾਈਫ ਤੇ ਜਿਹੜੀ ਪਰਸਨਲ ਲਾਈਫ ਹੈ ਉਹਨੂੰ ਅਲੱਗ ਰੱਖਣਾ ਪੈਂਦਾ ਹੈ। ਰੱਖਣਾ ਚਾਹੀਦਾ ਹੈ ਕਿ ਨਾ ਤੁਹਾਡਾ ਕਾਲਜ ਡਿਸਟਰਬ ਹੋਵੇ, ਤੁਹਾਡੀ ਜੌਬ ਡਿਸਟਰਬ ਨਾ ਹੋਏ, ਔਰ ਤੁਹਾਡਾ ਜਿਹੜਾ ਪਰਿਵਾਰ ਹੈ ਉਹ ਵੀ ਡਿਸਟਰਬ ਨਾ ਹੋਵੇ। ਤੁਸੀਂ ਇੰਨਾ ਬਰਡਨ ਲੈ ਕੇ ਨਾ ਘਰੇ ਜਾਓ ਕਿ ਤੁਸੀਂ ਜਾ ਕੇ ਆਪਣੇ ਪਰਿਵਾਰ ਦੇ ਨਾਲ ਖਿੜੇ ਮੱਥੇ ਗੱਲ ਹੀ ਨਾ ਕਰੋ, ਕਿਉਂਕਿ ਉਹ ਵੀ ਸਾਰਾ ਦਿਨ ਤੁਹਾਡੀ ਵੇਟ ਕਰਦੇ ਹੁੰਦੇ ਨੇ, ਤੁਹਾਡੇ ਬੱਚੇ ਕਰ ਰਹੇ ਹੁੰਦੇ ਨੇ, ਤੁਹਾਡੇ ਮਦਰ ਇਨ ਲਾਅ ਕਰ ਰਹੇ ਹੁੰਦੇ ਨੇ, ਪੂਰਾ ਪਰਿਵਾਰ ਤੁਹਾਡੀ ਵੇਟ ਕਰ ਰਿਹਾ, ਤੇ ਤੁਸੀਂ ਕਾਲਜ ਦੀ ਟੈਨਸ਼ਨ ਜਾਂ ਘਰ ਦੀ ਟੈਨਸ਼ਨ ਕਾਲਜ ਵੀ ਨਾ ਲੈ ਕੇ ਆਓ, ਕਿਉਂਕਿ ਇੱਥੇ ਅਕੈਡਮਿਕ ਕੰਮ ਹੁੰਦੇ ਨੇ, ਉਹ ਤਾਂ ਹੀ ਹੋ ਸਕਣਗੇ ਜੇ ਅਸੀਂ ਦਿਮਾਗੀ ਤੌਰ ਤੇ ਸੰਤੁਲਨ ਚਾਹਤਾ। ਤੇ ਮੇਰੀ ਪਰਸਨਲ ਲਾਈਫ ਤੇ ਪ੍ਰੋਫੈਸ਼ਨਲ ਲਾਈਫ ਥੋੜੀ ਬਹੁਤੀ ਕਿਧਰੇ ਨਾ ਕਿਧਰੇ ਇਕੱਠੀ ਹੋਈ ਹੈ। ਜੀ। ਕਹਿੰਦੇ ਨੇ ਕਿ ਹਾਲ ਸੁਣਾਵਾਂ ਕੁੜੀਆਂ ਦਾ ਏ ਕੀ ਕੁਝ ਆਪਣਾ ਖੋਰਦੀਆਂ, ਇਹ ਵੰਡਦੀਆਂ ਸਦਾ ਮੁਹੱਬਤ ਨੂੰ, ਤਕਲੀਫਾਂ ਰਹਿਣ ਬਟੋਰਦੀਆਂ, ਬਚਪਨ ਵਿੱਚ ਸਿੱਖ ਲੈਂਦੀਆਂ ਨੇ ਘਰ ਕਿਵੇਂ ਚਲਾਏ ਜਾਂਦੇ ਨੇ, ਫਿਰ ਹੌਲੀ ਹੌਲੀ ਸਮਝ ਜਾਵਣ ਕਿਵੇਂ ਸਾਕ ਨਿਭਾਏ ਜਾਂਦੇ ਨੇ, ਚੁੱਲ੍ਹੇ ਚੌਂਕੇ ਵਿੱਚ ਰਹਿ ਕੇ ਪੁੱਤਰਾਂ ਦਾ ਕੱਲ ਸਵਾਰਦੀਆਂ, ਔਲਾਦ ਦੇ ਸੁਪਨੇ ਪੂਰਨ ਲਈ ਇਹ ਆਪਣੇ ਸੁਪਨੇ ਮਾਰਦੀਆਂ, ਹਨਾ। ਤਾਂ ਇੱਕ ਜਿਹੜੀ ਔਰਤ ਹੈ ਉਹ ਤੋਂ ਮੈਮ ਹਮੇਸ਼ਾ ਇਹ ਉਮੀਦ ਕੀਤੀ ਜਾਂਦੀ ਹੈ, ਜਿਵੇਂ ਬੇਸ਼ੱਕ ਸਾਡੇ ਸਾਹਿਤਕਾਰਾਂ ਨੇ ਬਹੁਤ ਕੁਝ ਲਿਖਿਆ, ਪਰ ਕਿਤੇ ਨਾ ਕਿਤੇ ਜਿਹੜੀ ਗੱਲ ਹੈ ਉਹ ਆ ਕੇ ਕਿਸੇ ਵੀ ਰੂਪ 'ਚ ਮਰਦ ਤੇ ਖਤਮ ਹੋ ਜਾਂਦੀ ਹੈ। ਤਾਂ ਡਾਕਟਰ ਰਜਿੰਦਰ ਕੌਰ ਜਾਂ ਪ੍ਰੋਫੈਸਰ ਰਜਿੰਦਰ ਕੌਰ ਤੋਂ ਬਿਨਾਂ ਰਜਿੰਦਰ ਕੌਰ ਕੀ ਮਹਿਸੂਸ ਕਰਦੇ ਨੇ ਜ਼ਿੰਦਗੀ ਦੇ ਵਿੱਚ? ਇੱਕ ਬਿਨਾਂ ਪਿਤਾ ਤੋਂ, ਬਿਨਾਂ ਭਰਾ ਤੋਂ, ਬਿਨਾਂ ਪਤੀ ਤੋਂ, ਬਿਨਾਂ ਪੁੱਤਰ ਤੋਂ, ਦੋ ਧੀਆਂ ਦੀ ਮਾਂ ਰਜਿੰਦਰ ਕੀ ਮਹਿਸੂਸ ਕਰਦੀ ਹੈ? ਰਣਦੀਪ, ਮੇਰੇ ਹਸਬੈਂਡ ਦੀ 2012 ਦੇ ਵਿੱਚ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀ ਜੀ। ਜਦੋਂ ਉਹਨਾਂ ਦੀ ਡੈਥ ਹੋਈ ਤਾਂ ਮੈਨੂੰ ਇਦਾਂ ਮਹਿਸੂਸ ਹੋਇਆ ਕਿ ਪੂਰੀ ਦੁਨੀਆ ਦੇ ਵਿੱਚ ਹਨੇਰਾ ਛਾ ਗਿਆ ਮੇਰੇ ਵਾਸਤੇ। ਪਰ ਅਕਾਲ ਪੁਰਖ ਜੇ ਇਦਾਂ ਦੀ ਕੋਈ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਹ ਤੁਹਾਨੂੰ ਹੌਸਲਾ ਦੇਣ ਵਾਲਾ ਵੀ ਹੁੰਦੀ ਹੈ। ਜੀ। ਮੈਂ ਇੱਥੇ ਆਪਣੇ ਇਨ-ਲॉज ਦਾ ਜ਼ਰੂਰ ਜ਼ਿਕਰ ਕਰਾਂਗੀ। ਉਹ ਅਨਐਜੂਕੇਟਡ ਨੇ ਮੇਰਾ ਪਰਿਵਾਰ, ਪਰ ਮੇਰੇ ਵਾਸਤੇ ਮੈਨੂੰ ਲੱਗਦਾ ਹੈ ਕਿ ਜਿੰਨੀ ਐਜੂਕੇਸ਼ਨ ਅਸੀਂ ਲੈਂਦੇ ਹਾਂ, ਜਿੰਨੇ ਅਸੀਂ ਚੰਗੇ ਹਾਂ, ਉਸ ਤੋਂ ਬਹੁਤ ਜ਼ਿਆਦਾ ਚੰਗੇ ਹੈ। ਉਹਨਾਂ ਨੇ ਪੂਰਾ ਮੇਰਾ ਸਾਥ ਦਿੱਤਾ। ਮੇਰੀਆਂ ਬੇਟੀਆਂ ਵੀ ਛੋਟੀਆਂ ਸੀ ਉਦੋਂ, ਔਰ ਮੈਂ ਤੁਹਾਨੂੰ ਦੱਸਿਆ ਕਿ ਇੱਕ ਟਾਈਮ ਤੇ ਇਦਾਂ ਲੱਗਿਆ ਥੋੜਾ ਜਿਹਾ ਮੇਰੇ ਮੈਂਟਲੀ ਵੀ ਮੇਰੇ ਤੇ ਬਹੁਤ ਬੋਝ ਪੈ ਗਿਆ। ਮੈਂ ਕਾਲਜ ਦੇ ਵਿੱਚ ਐਜ਼ ਏ ਪ੍ਰਿੰਸੀਪਲ ਜੌਬ ਕਰ ਰਹੀ ਸੀ। ਇੱਕ ਟਾਈਮ ਮੈਨੂੰ ਲੱਗਿਆ ਕਿ ਮੈਨੂੰ ਬੇਟੀਆਂ ਨੂੰ ਪਾਲਣਾ ਬਹੁਤ ਔਖਾ ਹੈ, ਪਰ ਪਰਿਵਾਰ, ਤੁਹਾਡੇ ਦੋਸਤ ਮਿੱਤਰ, ਤੁਹਾਡਾ ਆਲਾ ਦੁਆਲਾ, ਤੁਹਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਉਹਨਾਂ ਦਾ। ਜੀ। ਉਹਨਾਂ ਦੇ ਰੋਲ ਸਦਕਾ ਫਿਰ ਮੈਂ ਹੌਸਲੇ ਦੇ ਵਿੱਚ ਆਈ। ਸਤਿਕਾਰਯੋਗ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਅਵਤਾਰ ਸਿੰਘ ਮੱਕੜ, ਉਹਨਾਂ ਨੇ ਮੇਰੀ ਬਦਲੀ ਪਟਿਆਲੇ ਕਰ ਦਿੱਤੀ। ਜੀ। ਮੈਂ ਆਪਣੇ ਘਰ ਨੂੰ ਰੈਨੋਵੇਟ ਕਰਨ ਦੇ ਵਿੱਚ, ਬੇਟੀਆਂ ਨੂੰ ਸਕੂਲ ਭੇਜਣ ਦੇ ਵਿੱਚ, ਆਪਣੇ ਕਾਲਜ ਦੇ ਕੰਮ ਕਰਨ ਦੇ ਵਿੱਚ, ਕਿਉਂਕਿ ਨਵਾਂ ਕਾਲਜ ਸੀ ਉਹ ਆਕਰ ਕਾਲਜ, ਤੇ ਬਿਜ਼ੀ ਰਹਿਣ ਲੱਗ ਗਈ। ਜਦੋਂ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਆਪਣੇ ਬਿਜ਼ੀ ਹੋ ਜਾਂਦੇ ਹੋ ਨਾ, ਤਾਂ ਫਿਰ ਤੁਹਾਡੇ ਹੌਸਲੇ ਤੁਹਾਨੂੰ ਆਪਣੇ ਆਪ ਆ ਜਾਂਦੇ ਆ। ਤੇ ਇੱਦਾਂ ਮੈਂ ਆਪਣੇ ਤੁਹਾਡੇ ਮਤਲਬ ਦੋਸਤਾਂ ਮਿੱਤਰਾਂ ਦੀ ਸਹਾਇਤਾ ਨਾਲ, ਆਪਣੇ ਪਰਿਵਾਰਾਂ ਦੀ ਸਹਾਇਤਾ ਦੇ ਨਾਲ ਆਪਣੀਆਂ ਬੱਚੀਆਂ ਨੂੰ ਪਾਲਿਆ। ਔਖੀ ਘੜੀ ਜ਼ਰੂਰ ਸੀ, ਪਰ ਕੋਈ ਨਹੀਂ, ਬਹੁਤ ਔਰਤਾਂ ਨੇ ਮੇਰੇ ਵਰਗੀਆਂ। ਔਰ ਦੂਜੇ ਪਾਸੇ ਜਦੋਂ ਧਿਆਨ ਜਾਂਦਾ ਹੈ ਮਾਤਾ ਗੁਜਰੀ ਜੀ ਵੱਲ, ਜੀ, ਤਾਂ ਨੈਚੁਰਲੀ ਹੈ ਤੁਹਾਨੂੰ ਆਪਣਾ ਇਤਿਹਾਸ ਪੜ੍ਹ ਕੇ ਕਿਧਰੇ ਨਾ ਕਿਧਰੇ ਹੌਸਲਾ ਆ ਜਾਂਦਾ ਹੈ।
ਜੀ ਔਰ ਜਦੋਂ ਤੁਸੀਂ ਆਪਣੇ ਨਿੱਜੀ ਜੀਵਨ ਤੋਂ ਬਾਹਰ ਜਾਂਦੇ ਹੋ, ਹੂੰ ਦੂਸਰੇ ਦਾ ਦੁੱਖ ਦੇਖਦੇ ਹੋ, ਤੇ ਤੁਹਾਨੂੰ ਆਪਣਾ ਦੁੱਖ ਕਿਧਰੇ ਨਾ ਕਿਧਰੇ ਛੋਟਾ ਲੱਗਣ ਲੱਗ ਜਾਂਦਾ ਹੈ। ਜੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਰਣਦੀਪ ਹੁਣ ਵੱਡੀ ਬੇਟੀ ਮੇਰੀ ਆਸਟ੍ਰੇਲੀਆ ਦੇ ਵਿੱਚ ਮੈਡੀਕਲ ਦੀ ਸਟੱਡੀ ਕਰ ਰਹੀ ਹੈ, ਜੀ ਔਰ ਛੋਟੀ ਬੇਟੀ ਨੋਇਡਾ ਤੋਂ LLB ਕਰ ਰਹੀ ਹੈ। ਔਰ ਮੈਂ ਸ਼ੁਕਰ ਕਰਨੀ ਹਾਂ ਪਰਮਾਤਮਾ ਦਾ। ਔਰ ਜਦੋਂ ਮੈਂ ਉਹਨਾਂ ਦੀਆਂ ਦੇਖਦੀ ਹਾਂ, ਆਪਣੀਆਂ ਬੇਟੀਆਂ ਦੀ ਇੰਟੈਲੀਜੈਂਸੀ ਦੇਖਦੀ ਹਾਂ, ਉਹਨਾਂ ਦਾ ਚੰਗਾਪਨ ਦੇਖਦੀ ਹਾਂ, ਤੇ ਅਕਾਲ ਪੁਰਖ ਤੋਂ ਬਾਅਦ ਜੇਕਰ ਮੈਨੂੰ ਲੱਗਦਾ ਹੈ ਕਿ ਕਿਸੇ ਦੀਆਂ ਬਲੈਸਿੰਗਸ ਨੇ, ਤੇ ਉਹ ਮੈਂ ਆਪਣੇ ਕਾਲਜ ਦੇ ਜਿਹੜੇ ਟੀਚਿੰਗ ਔਰ ਨਾਨ ਟੀਚਿੰਗ ਸਟਾਫ, ਜਿਨ੍ਹਾਂ ਬਾਰੇ ਮੈਂ ਆਪਣੀਆਂ ਬੇਟੀਆਂ ਨੂੰ ਵੀ ਕਹਿੰਦੀ ਹਾਂ ਕਿ ਮੇਰੇ ਕਾਲਜ ਦੇ ਸਟਾਫ ਦੀਆਂ ਬੜੀਆਂ ਬਲੈਸਿੰਗਸ ਤੁਹਾਡੇ ਨਾਲ ਨੇ। ਜੀ ਔਰ ਹੁਣ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਲਾਈਫ ਦੇ ਵਿੱਚ ਸੈਟਲ। ਜੀ ਮੈਮ, ਜਿਵੇਂ ਕਹਿੰਦੇ ਨੇ ਕਿ ਇੱਕ ਪੱਧਰ ਤੇ ਕਿਹਾ ਜਾਂਦਾ ਕਿ ਤੁਸੀਂ ਔਰਤਾਂ ਲਈ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਮੈਂ ਇਹ ਪੁੱਛਣਾ ਚਾਹ ਰਹੀ ਹਾਂ ਕਿ ਕੀ ਆਤਮ ਨਿਰਭਰ ਹੋਣ ਦੇ ਨਾਲ ਵੀ ਜ਼ਰੂਰੀ ਹੈ ਕਿ ਔਰਤ ਨੂੰ ਜ਼ਿੰਦਗੀ 'ਚ ਹਮੇਸ਼ਾ ਕਿਸੇ ਨਾ ਕਿਸੇ ਮਰਦ ਦਾ ਸਹਾਰੇ ਦੀ ਜ਼ਰੂਰਤ ਹੁੰਦੀ ਹੈ? ਤੁਸੀਂ ਕੀ ਮਹਿਸੂਸ ਕਰਦੇ ਹੋ? ਦੇਖੋ ਬੇਟੇ, ਜੇ ਆਪਾਂ ਸਮਾਜ ਦੀ ਗੱਲ ਕਰੀਏ ਤਾਂ ਨਾਲੇ ਕਵੀਆਂ ਨੇ, ਸਾਹਿਤਕਾਰਾਂ ਨੇ ਕਿਹਾ ਕਿ ਜਿਹੜੇ ਮਰਦ ਤੇ ਔਰਤ ਹੈ, ਦੋ ਪਹੀਏ ਨੇ। ਜੀ ਉਹਨਾਂ ਨੇ ਬੜਾ ਕੁਝ ਕਿਹਾ ਕਿ ਦੋਨਾਂ ਦੀ ਜ਼ਿੰਦਗੀ ਜਿਹੜੀ ਹੈ, ਪਰ ਉੱਥੇ ਵੀ ਮਰਦ ਜਾਂ ਔਰਤ ਦੀ ਗੱਲ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਉਹ ਤਾਂ ਅੱਛਾ ਹੈ ਜੇ ਬੈਲੈਂਸਡ ਹੈ। ਹੂੰ ਜੇ ਇੱਕ ਨੇ ਉੱਧਰ ਜਾਣਾ, ਇੱਕ ਨੇ ਉੱਧਰ ਜਾਣਾ, ਤੇ ਉਹ ਨਹੀਂ ਹੈ। ਦੂਸਰੀ ਆਤਮ ਨਿਰਭਰ, ਮੈਂ ਆਪਣੇ ਕਾਲਜ ਦੀਆਂ ਬੱਚੀਆਂ ਨੂੰ ਵੀ, ਆਪਣੀਆਂ ਬੇਟੀਆਂ ਨੂੰ ਵੀ ਹਮੇਸ਼ਾ ਹੀ ਇਹ ਗੱਲ ਕਰਦੀ ਹਾਂ ਗਾਹੇ ਬਗਾਹੇ ਕਿ ਲੜਕੀ ਨੂੰ ਆਤਮ ਨਿਰਭਰ 101% ਹੋਣਾ ਚਾਹੀਦਾ। ਜੀ ਕਿਉਂਕਿ ਦੇਖੋ, ਆਪਾਂ ਦੂਸਰੇ ਦੀ ਤਾਂ ਐਗਜ਼ਾਮਪਲ ਤਾਂ ਲਈਏ ਨਾ ਜੇ ਆਪਣੇ ਕੋਲ ਨਾ ਹੋਵੇ। ਮੇਰੀ ਆਪਣੀ ਐਗਜ਼ਾਮਪਲ ਕਿ ਮੈਂ ਆਪਣੀਆਂ ਬੇਟੀਆਂ ਨੂੰ ਕਦੇ ਨਹੀਂ ਸੀ ਪੜ੍ਹਾ ਸਕਣਾ, ਕਦੇ ਨਹੀਂ ਸੀ ਬਾਹਰ ਭੇਜ ਸਕਣਾ ਜੇ ਮੈਂ ਆਪ ਜੌਬ 'ਚ ਨਾ ਹੁੰਦੀ। ਜੀ ਜੇ ਮੈਂ ਅੱਜ ਆਪਣੇ ਇੱਕ ਚੰਗੇ ਘਰ ਦੇ ਵਿੱਚ ਬੈਠੀ ਹਾਂ, ਮੇਰੇ ਕੋਲ ਜੋ ਵੀ ਹੈ, ਮੇਰੀਆਂ ਬੇਟੀਆਂ ਵੀ ਨੇ, ਉਹ ਮੇਰੀ ਜੌਬ ਕਰਕੇ। ਤੇ ਮੈਂ ਇਹ ਜ਼ਰੂਰ ਰਿਕਵੈਸਟ ਕਰਾਂਗੀ ਬੇਟੀਆਂ ਨੂੰ ਔਰ ਬੇਟੀਆਂ ਦੇ ਪੇਰੈਂਟਸ ਨੂੰ ਕਿ ਆਪਣੀਆਂ ਬੇਟੀਆਂ ਨੂੰ ਪੜ੍ਹਾਓ ਔਰ ਉਹਨਾਂ ਨੂੰ ਆਤਮ ਨਿਰਭਰ ਕਰੋ। ਬੜਾ ਔਖਾ ਹੁੰਦਾ ਕਿਸੇ ਦੇ ਅੱਗੇ ਹੱਥ ਅੱਡਣੇ। ਜੀ ਕਿਸੇ ਤੋਂ ਕੁਝ ਮੰਗਣਾ ਬਹੁਤ ਔਖਾ ਹੈ। ਹੂੰ ਔਰ ਜੇ ਤੁਹਾਡੇ ਕੋਲ ਆਪਣੇ ਬੱਚਿਆਂ ਨੂੰ, ਮੈਂ ਕਹਿੰਦੀ ਹੁੰਦੀ ਹਾਂ ਸਟੂਡੈਂਟਸ ਨੂੰ, ਕਿ 4000 ਦੀ ਜੌਬ ਮਿਲੇ, ਬੇਸ਼ੱਕ 14 ਦੀ ਮਿਲੇ, ਬੇਸ਼ੱਕ ਤੁਹਾਨੂੰ 24,000 ਦੀ ਮਿਲੇ, ਤੁਸੀਂ ਜੌਬ ਜੁਆਇਨ ਕਰਨੀ ਹੈ। ਜੀ ਜੌਬ ਕਰਨੀ ਚਾਹੀਦੀ ਹੈ ਲੜਕੀਆਂ ਨੂੰ। ਖੁਦ ਦੀ ਕਮਾਈ ਦਾ ਜਿਹੜਾ ਅਨੁਭਵ ਹੈ ਉਹ ਵੱਖਰਾ ਹੁੰਦਾ। ਬਿਲਕੁਲ ਬੇਟੇ, ਬਿਲਕੁਲ ਬਹੁਤ ਆਨੰਦ ਹੁੰਦਾ ਖੁਦ ਦੀ ਕਮਾਈ ਦਾ ਵਿੱਚ। ਜੀ ਬਹੁਤ ਆਨੰਦ ਹੈ। ਤੇ ਪੈਸੇ ਦੀ ਕੀਮਤ ਵੀ ਖੁਦ ਦੀ ਕਮਾਈ ਤੋਂ ਬਾਅਦ ਹੀ ਪਤਾ ਚੱਲਦੀ ਹੈ। ਉਹ ਵੀ ਤੁਸੀਂ ਸੰਕੋਚ ਕੇ ਤੁਰਦੇ ਹੋ। ਬਿਲਕੁਲ। ਤੇ ਮੈਮ, ਤੁਹਾਨੂੰ ਇੰਨੇ ਵਾਰੀ ਹੋ ਗਏ ਨੇ ਅਧਿਆਪਨ ਨਾਲ ਜੁੜੇ, ਉਦੋਂ ਦੇ ਵਿਦਿਆਰਥੀ ਵਰਗ ਤੇ ਹੁਣ ਤੁਸੀਂ ਜਾਂ ਅਧਿਆਪਨ ਵਰਗ ਦੀ ਮੈਂ ਗੱਲ ਕਰਾਂ, ਕੀ ਬਦਲਾਅ ਵੇਖਦੇ ਹੋ? ਬਹੁਤੇ ਅਸੀਂ ਨਾ ਹੁਣ ਜਿਹੜਾ ਅੱਜ ਦਾ ਦੌਰ ਹੈ ਉਹਦੇ ਵਿੱਚ ਸਟੂਡੈਂਟਸ ਨੂੰ ਕ੍ਰਿਟਿਸਾਈਜ਼ ਕਰਨ ਲੱਗ ਗਏ ਹਾਂ। ਜੀ ਪਰ ਐਡੀ ਗੱਲ ਨਹੀਂ ਹੈ। ਹੂੰ ਸਾਡੇ ਵਿਦਿਆਰਥੀ, ਠੀਕ ਹੈ, ਉਦੋਂ ਇਹ ਤਕਨੀਕੀ ਯੁੱਗ ਨਹੀਂ ਸੀ, ਤੇ ਸਟੂਡੈਂਟਸ ਜਿਹੜੇ ਨੇ ਟੀਚਰਸ ਨੇ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਜੁੜੇ ਹੁੰਦੇ ਸੀ। ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੋਣੀ, ਸਟੂਡੈਂਟਸ ਨੇ ਆ ਕੇ ਡਿਸਕਸ ਕਰਨੀ। ਇਹਦੀ ਉਦਾਹਰਨ ਹੈ ਕਿ 20 ਸਾਲ 25 ਸਾਲ ਪਹਿਲਾਂ ਬੱਚਾ ਪੜ੍ਹਿਆ ਵੀ ਮੈਨੂੰ ਯਾਦ ਹੈ। ਕੱਲ੍ਹ ਹੀ ਮੈਨੂੰ ਮੇਰੇ ਸਟੂਡੈਂਟ ਦਾ ਫੋਨ ਆਇਆ, ਉਹ ਜਗਜੀਤ ਸਿੰਘ ਜੌਬ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ। ਜੀ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ 31 ਦਸੰਬਰ ਨੂੰ ਰਿਟਾਇਰ ਹੋ ਰਹੀ ਹਾਂ, ਤੇ ਉਹ ਕਹਿੰਦੇ ਮੈਡਮ ਜਾਂ ਮੈਨੂੰ ਘਰੇ ਬੁਲਾਓ ਤੇ ਜਾਂ ਮੈਨੂੰ ਕਾਲਜ ਬੁਲਾਓ। ਜੀ ਮੈਂ ਕਿਹਾ ਕੋਈ ਨਾ। ਇਹ ਰਿਲੇਸ਼ਨ ਸੀ ਕਿ ਅੱਜ ਤੱਕ ਮੇਰੇ ਸਟੂਡੈਂਟਸ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਪੜ੍ਹੇ, ਉਹਨਾਂ ਨੂੰ ਵੀ ਮੈਂ ਜਾਣਦਾ। ਜੀ ਟੀਚਰ ਦਾ ਵੀ ਬਹੁਤ ਵੱਡਾ ਰੋਲ ਹੈ। ਟੀਚਰ ਵੀ ਜਦੋਂ ਆਪਣੇ ਸਟੂਡੈਂਟਸ ਨੂੰ, ਅਸੀਂ ਸਟੇਜਾਂ ਤੋਂ ਕਹਿੰਦੇ ਆ ਕਿ ਵੀ ਆਰ ਦਾ ਸੈਕੰਡ ਪੇਰੈਂਟਸ। ਜੀ ਟੀਚਰ ਫਿਰ ਟੀਚਰ ਨੂੰ ਸਟੂਡੈਂਟ ਦੀ ਲਾਈਫ ਦੇ ਵਿੱਚ ਕਿਧਰੇ ਨਾ ਕਿਧਰੇ ਖੁੱਭ ਜਾਣਾ ਚਾਹੀਦਾ ਹੈ। ਜੀ ਜਿਸ ਚੀਜ਼ ਦੀ ਸਟੂਡੈਂਟਸ ਨੂੰ ਕਾਹਦੀ ਲੋੜ ਹੁੰਦੀ ਹੈ ਟੀਚਰ ਤੋਂ? ਮੋਰਲ ਸਪੋਰਟ। ਹਰ ਇੱਕ ਬੰਦੇ ਨੂੰ ਹੀ ਹੈ, ਚਾਹੀਦੀ ਹੈ ਮੋਰਲ ਸਪੋਰਟ। ਔਰ ਜਦੋਂ ਬੱਚਾ ਆ ਕੇ ਤੁਹਾਡੇ ਕੋਲੇ ਗੱਲ ਕਰਦਾ ਹੈ, ਬੇਸ਼ੱਕ ਉਹ ਪਰਿਵਾਰ ਦੀ ਗੱਲ ਹੈ, ਸਿਲੇਬਸ ਦੀ ਗੱਲ ਹੈ, ਉਹਦੀ ਕੋਈ ਆਪਣੀ ਪ੍ਰੋਬਲਮ ਹੈ,
ਤੇ ਉੱਥੇ ਸਾਨੂੰ ਬੱਚੇ ਦਾ ਟੀਚਰ ਨੂੰ ਐਜ਼ ਏ ਪੇਰੈਂਟਸ ਜੀ ਸਾਥ ਦੇਣਾ ਚਾਹੀਦਾ। ਜੀ ਔਰ ਜੇ ਆਪਾਂ ਤੁਸੀਂ ਜਿਹੜਾ ਕੁਐਸਚਨ ਕੀਤਾ ਹੈ ਕਿ ਫਰਕ ਕੀ ਹੈ, ਹਮ, ਫਰਕ ਆਇਆ ਜ਼ਰੂਰ ਹੈ, ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਹੁਣ ਸਾਰੇ ਬੱਚੇ ਹੀ ਮਾੜੇ ਨੇ। ਹਮ, ਨੋ, ਨਾਟ ਐਟ ਆਲ। ਜੀ ਬਹੁਤ ਬੱਚੇ ਹੁਣ ਵੀ ਅੱਛੇ ਨੇ, ਬਹੁਤ ਬੱਚੇ ਆ ਕੇ ਬੈਠਦੇ ਨੇ, ਬਹੁਤ ਬੱਚੇ ਆ ਕੇ ਗੱਲਾਂ ਕਰਦੇ ਨੇ। ਔਰ ਜਦੋਂ ਕਦੇ ਨੀਚੇ ਗਰਾਊਂਡ ਦੇ ਵਿੱਚ ਬੈਠੇ ਦੇਖਦੇ ਆ ਬੱਚਿਆਂ ਨੂੰ, ਹਮ, ਤੇ ਮੇਰੇ ਕੁਲੀਗਸ ਵੀ ਇਸ ਗੱਲ ਬੜਾ ਹੀ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਗਰੁੱਪ ਦੇ ਵਿੱਚ ਬੱਚੇ ਬੈਠੇ ਹੁੰਦੇ ਨੇ ਤੇ ਮੈਂ ਜਾ ਕੇ ਵਿੱਚ ਬੈਠ ਜਾਂਦੀ ਹਾਂ, ਮੈਨੂੰ ਅੱਛਾ ਲੱਗਦਾ ਹੈ। ਜੀ ਇਦਾਂ ਦੀ ਨੇਚਰ ਰਹੀ ਹੈ ਕਿ ਜਿੰਨੀ ਕੁ ਬੱਚਿਆਂ ਨੂੰ ਹੈਲਪ ਕਰ ਸਕੇ ਆ ਮੋਰਲ ਸਪੋਰਟ ਤੇ। ਜਾਂ ਮੇਰੀ ਇੱਕ ਸਟੂਡੈਂਟ ਸੀ BA ਫਾਈਨਲ ਦੀ, ਉਹ ਆ ਨਹੀਂ ਸੀ ਰਹੀ ਤੇ ਮੈਂ ਸਟੂਡੈਂਟਸ ਨੂੰ ਪੁੱਛਿਆ ਕਿ ਬੇਟੀ ਕਿਉਂ ਨਹੀਂ ਆ ਰਹੀ, ਕਹਿੰਦੇ ਕਿ ਉਹਦੇ ਮੰਮਾ ਨੂੰ ਕੈਂਸਰ ਹੈ ਤੇ ਉਹ ਕਹਿੰਦੀ ਮੈਂ ਨਹੀਂ ਪੜ੍ਹਨਾ। ਹਮ, ਮੈਂ ਉਹਨਾਂ ਨੂੰ ਕਾਲਜ ਬੁਲਾਇਆ, ਉਹ ਆਈ ਥੋੜੇ ਸਮੇਂ ਵਾਸਤੇ। ਮੈਂ ਉਹਨੂੰ ਆਪਣੇ ਕਮਰੇ ਦੇ ਵਿੱਚ ਬਿਠਾ ਕੇ ਸਮਝਾਇਆ ਕਿ ਵੇਖ ਬੇਟੇ, ਤੇਰਾ ਫਾਈਨਲ ਈਅਰ ਹੈ, ਇੱਕ ਸਮੈਸਟਰ ਰਹਿ ਗਿਆ ਹੈ, ਪਰਮਾਤਮਾ ਕਰੇ ਤੇਰੇ ਮੰਮਾ ਠੀਕ ਹੋ ਜਾਣ, ਪਰ ਤੂੰ ਪੜ੍ਹਾਈ ਨੂੰ ਕੰਟੀਨਿਊ ਰੱਖਣਾ ਹੈ। ਹਮ, ਉਹਨੂੰ ਇੰਨਾ ਹੌਸਲਾ ਦਿੱਤਾ, ਉਹਨੂੰ ਆਪਣੀਆਂ ਐਗਜ਼ਾਮਪਲਸ ਦਿੱਤੀਆਂ, ਉਹਨੂੰ ਲੋਕਾਂ ਦੀਆਂ ਐਗਜ਼ਾਮਪਲਸ ਦਿੱਤੀਆਂ, ਤਾਂ ਉਹਨੇ MST ਵੀ ਦਿੱਤੇ ਔਰ ਉਹਨੇ ਫਾਈਨਲ ਐਗਜ਼ਾਮ ਵੀ ਦਿੱਤੇ। ਔਰ ਉਹ BA ਕਰਕੇ ਹੁਣ ਉਹ ਘਰ ਬੈਠ ਕੇ MA ਕਰ ਰਹੀ ਹੈ, ਹਿਸਟਰੀ ਦੀ MA ਕਰ ਰਹੀ ਹੈ। ਜੀ ਮੈਮ, ਇੰਨੇ ਵਾਰੀ ਤੁਹਾਨੂੰ ਅਧਿਆਪਨ ਨਾਲ ਜੁੜੇ ਹੋ ਗਏ ਨੇ, ਕੋਈ ਤੁਹਾਡੀ ਬਹੁਤ ਖੁਸ਼ਨੁਮਾ ਯਾਦ ਜਿਹੜੀ ਤੁਹਾਡੇ ਬੱਚਿਆਂ ਨਾਲ ਜੁੜੀ ਹੋਈ, ਜਾਂ ਕੋਈ ਐਵੇਂ ਦੀ ਚੀਜ਼ ਜਿਹੜੀ ਤੁਹਾਨੂੰ ਮਤਲਬ ਅਕਸਰ ਯਾਦ ਆਉਂਦੀ ਹੋਈ, ਤੁਸੀਂ ਸਾਂਝੀ ਕਰਨੀ ਚਾਹੋ ਜੀ? ਕਾਲਜ ਮੇਰਾ ਬਹੁਤ ਪਿਆਰਾ ਹੈ। ਜਦੋਂ ਮੈਂ ਜੁਆਇਨ ਕੀਤਾ ਉਦੋਂ ਡਾਕਟਰ ਰਣਜੀਤ ਸਿੰਘ ਇਹਦੇ ਪ੍ਰਿੰਸੀਪਲ ਸਨ। 1994 ਦੇ ਵਿੱਚ ਡਾਕਟਰ ਗੁਰਮੋਹਨ ਸਿੰਘ ਵਾਲੀਆ ਪ੍ਰਿੰਸੀਪਲ ਬਣੇ। ਬਹੁਤ ਹੀ ਉਹਨਾਂ ਨੇ ਕਾਲਜ ਵੱਲ ਧਿਆਨ ਦਿੱਤਾ, ਬਹੁਤ ਤਰੱਕੀ ਹੋਈ, ਬੜੇ ਕੋਰਸਿਸ ਆਏ, ਬੜੀ ਬਿਲਡਿੰਗ ਬਣੀ। ਹਮ, ਬਹੁਤ ਅਸੀਂ ਉਹ ਟਾਈਮ ਜਿਹੜਾ ਹੈ, ਮੈਂ ਨਹੀਂ ਸਾਰੇ ਮੇਰੇ ਕੁਲੀਗਸ ਯਾਦ ਕਰਕੇ ਬੜੇ ਖੁਸ਼ ਹੁੰਦੇ ਆ ਕਿ ਬੜਾ ਵਧੀਆ ਸਮਾਂ ਸੀ ਉਹ, ਜਦੋਂ ਕਾਲਜ ਦੇ ਵਿੱਚ ਬਿਨਾਂ ਟੈਨਸ਼ਨ ਤੋਂ ਆਉਂਦੇ ਸੀ ਤੇ ਬਿਨਾਂ ਟੈਨਸ਼ਨ ਤੋਂ ਜਾਂਦੇ ਸੀ। ਹਮ, ਹੁਣ ਵੀ ਵਧੀਆ ਹੈ, ਕਾਲਜ ਬਹੁਤ ਅੱਛਾ ਹੈ। ਮੇਰੇ ਮਤਲਬ ਮੈਨੂੰ ਇਦਾਂ ਦਾ ਘੱਟ ਕੋਈ ਇਨਸੀਡੈਂਟ ਦਿਸਦੇ ਨੇ ਜਦੋਂ ਮੈਂ ਕਾਲਜ ਦੇ ਵਿੱਚ ਉਦਾਸ ਹੋਈ ਹੋਵਾਂ। ਹਮ, ਬਹੁਤੀ ਵਾਰੀ ਮੈਂ ਕਾਲਜ ਦੇ ਵਿੱਚ ਖੁਸ਼ ਹੀ ਹੁੰਦੀ ਹਾਂ, ਔਰ ਸਭ ਤੋਂ ਵੱਡੀ ਖੁਸ਼ੀ ਉਦੋਂ ਮੈਨੂੰ ਹੁੰਦੀ ਹੈ ਜਦੋਂ ਮੈਨੂੰ ਬੇਸ਼ੱਕ ਘਰ ਦੀ ਕੋਈ ਉਦਾਸੀ ਵੀ ਹੋਵੇ, ਮੈਂ ਕਲਾਸ 'ਚ ਚਲੀ ਜਾਂਦੀ ਹਾਂ। ਹਮ, ਮੇਰੀਆਂ ਸਾਰੀਆਂ ਟੈਨਸ਼ਨ ਜਿਹੜੀਆਂ ਨੇ ਉਹ ਮੇਰੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਵੇਖ ਕੇ ਮੇਰੀਆਂ ਟੈਨਸ਼ਨਸ ਦੂਰ ਹੋ ਜਾਂਦੀਆਂ ਨੇ। ਜੀ ਤੇ ਵਾਲੀਆ ਸਾਹਿਬ 94 'ਚ ਉਹਨਾਂ ਨੇ ਜੁਆਇਨ ਕੀਤਾ, ਮੈਂ 91 'ਚ ਜੁਆਇਨ ਕੀਤਾ ਸੀ। ਤੇ ਬਹੁਤ ਵਾਰੀ ਮੈਂ ਹਾਸੇ ਨਾਲ ਉਹਨਾਂ ਨੂੰ ਕਹਿ ਦੇਣਾ ਕਿ ਸਰ ਮੈਂ ਤੁਹਾਡੀ ਸੀਨੀਅਰ ਹਾਂ। ਜੀ ਤੇ ਉਹਨਾਂ ਨੇ ਅੱਗੋਂ ਹੱਥ ਜੋੜ ਕੇ ਕਹਿਣਾ ਹਾਂਜੀ ਹਾਂਜੀ ਰਜਿੰਦਰ, ਤੁਸੀਂ ਮੇਰੇ ਤੋਂ ਸੀਨੀਅਰ ਹੋ ਜੀ, ਕੋਈ ਹੁਕਮ ਹੋਵੇ ਤੇ ਦੱਸਣਾ। ਬੜਾ ਹੀ ਚੰਗਾ ਸਮਾਂ ਡਾਕਟਰ ਗੁਰਮੋਹਨ ਸਿੰਘ ਵਾਲੀਆ ਉਹਨਾਂ ਨਾਲ, ਡਾਕਟਰ ਸਿੱਧੂ ਉਹਨਾਂ ਨਾਲ। ਸਿੱਧੂ ਸਾਹਿਬ ਦੇ ਟਾਈਮ ਮੈਂ ਘੱਟ ਰਹੀ ਹਾਂ ਇੱਥੇ ਕਿਉਂਕਿ ਮੈਂ ਐਜ਼ ਏ ਪ੍ਰਿੰਸੀਪਲ ਜੌਬ ਕਰ ਰਹੀ ਸੀ। ਤੇ ਡਾਕਟਰ ਕਸ਼ਮੀਰ ਸਿੰਘ ਉਹਨਾਂ ਨਾਲ, ਜਿਨ੍ਹਾਂ ਨੂੰ ਮੈਂ ਅਕਸਰ ਇਹ ਕਹਿੰਦੀ ਹੁੰਦੀ ਹਾਂ ਕਿ ਸਰ ਮੈਂ ਤੁਹਾਡੀ ਇੰਨੀ ਕੋਈ ਰਿਸਪੈਕਟ ਕਰਦੀ ਹਾਂ ਔਰ ਮੈਨੂੰ ਇਸ ਗੱਲੋਂ ਤੁਸੀਂ ਚੰਗੇ ਲੱਗਦੇ ਹੋ ਕਿ ਜਿਹੜੀ ਗੱਲ ਮੇਰੇ ਮਨ 'ਚ ਹੋਵੇ ਮੈਂ ਤੁਹਾਡੇ ਨਾਲ ਆ ਕੇ ਸ਼ੇਅਰ ਕਰ ਦਿੰਦੀ ਹਾਂ, ਮੈਨੂੰ ਡਰ ਜੀ। ਨਹੀਂ ਲੱਗਦਾ। ਹਮ, ਤੇ ਬਹੁਤ ਚੰਗਾ ਸਮਾਂ ਮੇਰਾ ਵਿਦਿਆਰਥੀਆਂ ਨਾਲ, ਮੇਰੇ ਕੁਲੀਗਸ ਦੇ ਨਾਲ ਔਰ ਮੇਰੇ ਨਾਨ ਟੀਚਿੰਗ ਸਟਾਫ ਦੇ ਨਾਲ ਲੰਘਿਆ ਹੈ। ਕਿਧਰੇ ਵੀ ਕੋਈ ਇਦਾਂ ਦੀ ਘਟਨਾ ਯਾਦ ਨਹੀਂ ਆਉਂਦੀ ਜਿੱਥੇ ਮੈਂ ਇਹ ਸੋਚਾਂ ਕਿ ਉਹ ਬੰਦਾ ਮੇਰੇ ਨਾਲ ਚੰਗੀ ਤਰ੍ਹਾਂ ਨਹੀਂ ਬੋਲਿਆ, ਹਮ, ਉਹਨੇ ਮੇਰੇ ਨਾਲ ਲੜਾਈ ਕੀਤੀ। ਹਮ, ਇਦਾਂ ਦਾ ਕੋਈ ਵਕਤ ਮੈਨੂੰ ਯਾਦ ਨਹੀਂ ਆਉਂਦਾ। ਜੀ ਮੈਨੂੰ ਲੱਗਦਾ ਹੈ ਕਿ ਮੈਨੂੰ ਰਿਸਪੈਕਟ ਮਿਲੀ ਹੈ ਇਸ ਕਾਲਜ ਤੋਂ, ਬਹੁਤ ਪਿਆਰ ਮਿਲਿਆ ਇਸ ਕਾਲਜ ਤੋਂ। ਔਰ ਮੈਂ ਸਭ ਤੋਂ ਵੱਧ ਧੰਨਵਾਦ ਕਰਾਂਗੀ ਆਪਣੇ ਸਟੂਡੈਂਟਸ ਦਾ ਤੇ ਉਸ ਤੋਂ ਬਾਅਦ ਮੇਰੇ ਕੁਲੀਗਸ ਦਾ। ਜੀ ਮੈਮ, ਪੋਹ ਦਾ ਮਹੀਨਾ ਚੱਲ ਰਿਹਾ, ਸਿੱਖ ਇਤਿਹਾਸ ਦੇ ਵਿੱਚ ਇਸ ਮਹੀਨੇ ਦਾ ਵੱਡਾ ਮਹੱਤਵ ਹੈ। ਤੇ ਤੁਸੀਂ ਆਪਣੀ ਰਿਟਾਇਰਮੈਂਟ ਪਾਰਟੀ ਵੀ ਕਿਹਾ ਕਿ ਮੈਂ ਇਹਨਾਂ ਦਿਨਾਂ ਦੇ ਵਿੱਚ ਨਹੀਂ ਜਾਣੀ। ਤੇ ਇਸ ਧਰਤੀ ਦੇ ਉੱਤੇ, ਇਸ ਪਵਿੱਤਰ ਧਰਤੀ ਦੇ ਉੱਤੇ ਇੰਨੇ ਵਰਿਆਂ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ, ਕਿਸ ਤਰ੍ਹਾਂ ਦਾ ਅਨੁਭਵ ਰਿਹਾ? ਬਹੁਤ ਇਹ ਦਿਨ ਜਿਹੜੇ ਨੇ ਦੁਖਦਾਇਕ ਹੁੰਦੇ ਨੇ ਕੌਮ ਵਾਸਤੇ, ਕਿਉਂਕਿ ਇੱਕ ਵਸਦੇ ਘਰ ਨੂੰ ਛੱਡ ਕੇ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੀ ਜਦੋਂ ਕਿਲ੍ਹਾ ਆਨੰਦਗੜ੍ਹ ਛੱਡਿਆ, ਉਹ ਜੇ ਆਪਾਂ ਆਪਣੇ ਲੈਵਲ ਤੇ ਥੋੜਾ ਜਿਹਾ ਸੋਚੀਏ ਤੇ ਬਹੁਤ
ਵੱਡੀ ਘਟਨਾ ਤੇ ਬਹੁਤ ਦੁਖਦਾਈ ਘਟਨਾ ਸੀ। ਜੀ ਪਰਿਵਾਰ ਵਿਛੋੜਿਆ ਤੇ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਜਾਣਾ। ਇੱਕ ਪਾਸੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ, ਭਾਈ ਮਨੀ ਸਿੰਘ ਉਹਨਾਂ ਨਾਲ ਦਿੱਲੀ ਚਲੇ ਗਏ। ਹੂੰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਸਨ, ਹੂੰ ਔਰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਸਨ, ਉਹਨਾਂ ਦੇ ਦਾਦੀ ਜੀ। ਦੇਖੋ, ਧਰਮ ਸਾਰੇ ਮਹਾਨ ਨੇ, ਸਾਰਿਆਂ ਦੀਆਂ ਸਿੱਖਿਆਵਾਂ ਚੰਗੀਆਂ ਨੇ, ਪਰ ਸਿੱਖ ਕੌਮ, ਸਿੱਖ ਧਰਮ, ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਇਦਾਂ ਦੀ ਐਗਜ਼ਾਮਪਲ ਨਹੀਂ ਮਿਲਦੀ ਸਾਨੂੰ ਕਿ ਇੱਕ ਫਾਦਰ ਨੇ, ਜਿਹੜੇ ਕੱਲ ਆਪਾਂ 8 ਪੋਹ ਲੰਘੀ ਹੈ, ਹੂੰ ਇੱਕ ਪਿਤਾ ਨੇ ਇੱਕ ਬੱਚੇ ਦੇ ਸਾਹਮਣੇ ਚਮਕੌਰ ਦੀ ਗੜੀ ਦੇ ਵਿੱਚ ਇੱਕ ਬੱਚੇ ਨੂੰ ਸ਼ਹੀਦ ਹੁੰਦਾ ਵੇਖ ਰਹੇ ਨੇ, ਉਹਨੂੰ ਟੋਟੇ ਟੋਟੇ ਹੁੰਦਾ ਵੇਖ ਰਹੇ ਨੇ, ਤੇ ਦੂਜੇ ਬੱਚੇ ਨੂੰ ਤਿਆਰ ਕਰ ਰਹੇ ਨੇ, ਬਾਬਾ ਜੁਝਾਰ ਸਿੰਘ ਉਹਨਾਂ ਨੂੰ। ਇਹ ਨਹੀਂ ਹੈ ਐਗਜ਼ਾਮਪਲ ਨਹੀਂ ਸੰਸਾਰ ਦੇ ਵਿੱਚ। ਜੀ ਫਿਰ ਉਹ ਦੋਵੇਂ ਸਾਹਿਬਜ਼ਾਦੇ ਉੱਥੇ ਸ਼ਹੀਦ ਹੋ ਗਏ। ਜਿਹੜੀ ਧਰਤੀ ਤੇ, ਪਵਿੱਤਰ ਧਰਤੀ ਤੇ, ਸ਼ਹੀਦਾਂ ਦੀ ਧਰਤੀ ਤੇ ਆਪਾਂ ਬੈਠੇ ਹਾਂ, ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਮਾਤਾ ਗੁਜਰੀ ਜੀ ਦੇ ਨਾਲ, ਉਹਨਾਂ ਨੂੰ ਗੰਗੂ ਆਪਣੇ ਪਿੰਡ ਸਹੇੜੀ ਲੈ ਗਿਆ। ਉਸ ਤੋਂ ਬਾਅਦ ਉਹਨੇ ਮਾਤਾ ਗੁਜਰੀ ਜੀ ਦੇ ਕੋਲ ਥੋੜ੍ਹੀਆਂ ਜਿਹੀਆਂ ਮੋਹਰਾਂ ਸਨ, ਉਹ ਚਰਾ ਲਈਆਂ। ਹਕੂਮਤ ਦਾ ਵੀ ਬਹੁਤ ਡਰ ਸੀ, ਜੀ ਕਿਉਂਕਿ ਮੈਂ ਕਿਤਾਬ 'ਚ ਕਿਸੇ 'ਚ ਪੜ੍ਹਿਆ ਸੀ ਕਿ ਉਹ ਐਡਾ ਸਿਦਕਵਾਨ ਸਿੱਖ ਨਹੀਂ ਸੀ, ਉਹ ਡਰਪੋਕ ਵੀ ਸੀ। ਜੀ ਉਹ ਡਰ ਗਿਆ, ਇੱਕ ਉਹਨੇ ਚੋਰੀ ਦਾ ਡਰ ਜੀ ਤੇ ਦੂਸਰਾ ਹਕੂਮਤ ਦਾ ਡਰ। ਜੀ ਉਹ ਜਦੋਂ ਇਹਨਾਂ ਦੋਨਾਂ ਡਰਾਂ ਤੋਂ ਨਿਰਲੇਪ ਨਾ ਹੋ ਸਕਿਆ ਤੇ ਉਹਨੇ ਮਰਿੰਡੇ ਦੇ ਕੋਤਵਾਲ ਨੂੰ ਜਾ ਕੇ ਦੱਸ ਦਿੱਤਾ ਕਿ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੱਚੇ ਮੇਰੇ ਘਰ ਨੇ, ਔਰ ਉਹਨਾਂ ਨੂੰ ਫੜ ਕੇ ਮਰਿੰਡੇ ਜੇਲ੍ਹ ਦੇ ਵਿੱਚ, ਥੋੜਾ ਜਿਹਾ ਸੰਖੇਪ ਦੇ ਵਿੱਚ ਮੈਂ ਦੱਸਾਂਗੀ ਜੀ, ਉਹਨਾਂ ਨੂੰ ਮਰਿੰਡੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ, ਔਰ ਅਗਲੇ ਦਿਨ ਉਹਨਾਂ ਨੂੰ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਲਿਆਂਦਾ ਗਿਆ। ਸਰਹੰਦ ਜਿਹਨੂੰ ਕਿਹਾ ਜਾਂਦਾ ਸੀ, ਸਰ ਹਿੰਦ, ਜੀ ਹਿੰਦ ਦਾ ਸਿਰ, ਜੀ ਬਹੁਤ ਪੁਰਾਣਾ ਔਰ ਬਹੁਤ ਇਹ ਅਮੀਰ ਸ਼ਹਿਰ ਸੀ। ਜੀ ਜਦੋਂ ਇੱਥੇ ਲਿਆਂਦਾ ਤਾਂ ਮਾਤਾ ਗੁਜਰੀ ਜੀ ਦੀਆਂ ਸਿੱਖਿਆਵਾਂ ਉਹਨਾਂ ਦੇ ਨਾਲ ਸਨ। ਜੀ ਉਹਨਾਂ ਦੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖਿਆ ਉਹਨਾਂ ਦੇ ਨਾਲ ਸੀ। ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਉਹਨਾਂ ਦੇ ਨਾਲ ਸੀ। ਤੇ ਉਹ ਜਦੋਂ ਕਚਹਿਰੀ 'ਚ ਗਏ ਤੇ ਉਹਨਾਂ ਨੇ ਜਾ ਕੇ ਫਤਿਹ ਬੁਲਾਈ ਤਾਂ ਵਜੀਦ ਖਾਂ ਔਰ ਉਹਦੇ ਜਿਹੜੇ ਨਾਲ ਬੈਠੇ ਸੀ ਉਹ ਬਹੁਤ ਹੈਰਾਨ ਹੋ ਗਏ ਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਨਿਡਰਤਾ। ਜੀ ਔਰ ਇਦਾਂ ਹੀ ਫਿਰ ਰਣਦੀਪ 2-3 ਦਿਨ ਉਹਨਾਂ ਦਾ ਇਮਤਿਹਾਨ ਹੁੰਦਾ ਰਿਹਾ। ਬੱਚਿਆਂ ਨੂੰ ਬਹੁਤ ਡਰਾਇਆ ਗਿਆ, ਬੱਚਿਆਂ ਨੂੰ ਬਹੁਤ ਲਾਲਚ ਦਿੱਤੇ ਗਏ, ਪਰ ਉਹ ਕਿਸੇ ਵੀ ਲਾਲਚ ਵਿੱਚ ਨਹੀਂ ਆਏ। ਉਹਨਾਂ ਨੇ ਇਹੀ ਕਿਹਾ ਕਿ ਅਸੀਂ ਆਪਣੇ ਧਰਮ ਨੂੰ ਨਹੀਂ ਛੱਡਣਾ ਔਰ ਅਸੀਂ ਦੂਸਰੇ ਦੇ ਧਰਮ ਨੂੰ ਕਬੂਲ ਨਹੀਂ ਕਰਨਾ। ਜੀ ਵਜੀਦ ਖਾਂ ਇਸ ਗੱਲ ਤੋਂ ਬੜਾ ਪਰੇਸ਼ਾਨ ਸੀ ਔਰ ਉਹ ਬਿਲਕੁਲ ਉਹਦੇ ਮਾਈਂਡ 'ਚ ਨਾ ਰਿਹਾ ਕਿ ਇੱਕ ਪਾਸੇ 70-80 ਸਾਲ ਦੇ ਮਾਤਾ ਜੀ ਨੇ, ਦੂਜੇ ਪਾਸੇ ਏਡੇ ਛੋਟੇ ਬੱਚੇ, ਉਹ ਉਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦੇਣਾ ਚਾਹੁੰਦਾ ਸੀ। ਤਾਂ ਨਵਾਬ ਮਲੇਰਕੋਟਲੇ ਵਾਲੇ ਆਏ ਹੋਏ ਸਨ ਉੱਥੇ, ਉਹਨਾਂ ਨੂੰ ਕਿਹਾ ਕਿ ਤੁਹਾਡੇ ਭਰਾ ਨੂੰ ਮਾਰਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਦੀ ਗੜੀ ਦੇ ਵਿੱਚ ਤੇ ਤੁਸੀਂ ਇਹਨਾਂ ਤੋਂ ਬਦਲਾ ਲੈ ਲਓ। ਉਹਨਾਂ ਨੇ ਕਿਹਾ ਨਹੀਂ, ਅਸੀਂ ਬਦਲਾ ਗੁਰੂ ਗੋਬਿੰਦ ਸਿੰਘ ਤੋਂ ਲਵਾਂਗੇ, ਇਹ ਸ਼ਰਅ ਦੇ ਖਿਲਾਫ ਹੈ, ਇਸਲਾਮ ਦੇ ਖਿਲਾਫ ਹੈ, ਅਸੀਂ ਇਹਨਾਂ ਤੋਂ ਬਦਲਾ ਨਹੀਂ ਲੈਣਾ ਬੱਚਿਆਂ ਤੋਂ। ਜੀ ਉਹ ਹਾਂ ਦਾ ਨਾਰਾ ਮਾਰਿਆ ਉਹਨਾਂ ਨੇ, ਉਹ ਨਾ ਕਰਕੇ ਤੇ ਉੱਥੋਂ ਵਾਕ ਆਊਟ ਕਰ ਗਏ। ਜਦੋਂ ਇਸਲਾਮ ਦੀ ਗੱਲ ਕੀਤੀ ਤਾਂ 1-2 ਸੈਕਿੰਡ ਵਾਸਤੇ ਵਜੀਦ ਖਾਂ, ਜੋ ਇਤਿਹਾਸ ਕਹਿੰਦਾ, ਵਜੀਦ ਖਾਂ ਦੇ ਮਨ ਦੇ ਉਹ ਸੋਚਣ ਲੱਗ ਗਿਆ, ਪਰ ਉਸੇ ਕਚਹਿਰੀ ਦੇ ਵਿੱਚ ਸੁੱਚਾਨੰਦ ਬੈਠਾ ਹੋਇਆ ਸੀ। ਸੁੱਚਾਨੰਦ ਖੜਾ ਹੋ ਕੇ ਕਹਿੰਦਾ ਕਿ ਇਹ ਸੱਪ ਦੇ ਬੱਚੇ ਨੇ, ਇਹਨਾਂ ਨੂੰ ਜੇ ਪਾਲੋਗੇ ਤੇ ਇਹਨਾਂ ਨੇ ਸੱਪ ਹੀ ਬਣਨਾ ਹੈ ਜੀ, ਇਹਨਾਂ ਦੇ ਪਹਿਲਾਂ ਹੀ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਇਸ ਤੋਂ। ਔਰ ਬਾਕੀ ਜੇ ਤੁਹਾਨੂੰ ਮੇਰੀ ਗੱਲ ਤੇ ਸ਼ੱਕ ਹੈ ਤੇ ਇਹਨਾਂ ਨੂੰ ਪੁੱਛ ਲਓ। ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਕਿ ਤੁਸੀਂ, ਹੈਰਾਨੀ ਹੁੰਦੀ ਹੈ ਕਿ ਇੰਨੇ ਜਵਾਬ ਸਵਾਲ ਕਿਵੇਂ ਕੀਤੇ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੇ।
ਜੀ। ਕਹਿੰਦੇ ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਤੁਸੀਂ ਕੀ ਕਰੋਗੇ? ਉਹ ਕਹਿੰਦੇ ਕਿ ਅਸੀਂ ਬਾਹਰ ਜਾਵਾਂਗੇ, ਸ਼ਸਤਰ ਇਕੱਠੇ ਕਰਾਂਗੇ, ਸਿੰਘਾਂ ਨੂੰ ਇਕੱਠੇ ਕਰਾਂਗੇ, ਤੇ ਅਸੀਂ ਜ਼ੁਲਮ ਦੇ ਖਿਲਾਫ ਲੜਾਂਗੇ। ਜੀ। ਉਹਨਾਂ ਨੇ ਨਹੀਂ ਕਿਹਾ ਸੀ ਇਸਲਾਮ ਦੇ ਖਿਲਾਫ ਲੜਾਂਗੇ, ਜੀ। ਉਹਨਾਂ ਨੇ ਕਿਹਾ ਸੀ ਜ਼ੁਲਮ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਾਂਗੇ। ਤੇ ਰਣਦੀਪ, ਇੱਥੇ ਮੈਨੂੰ 2 ਲਾਈਨਾਂ ਯਾਦ ਆ ਰਹੀਆਂ ਨੇ, ਉਹ ਮੈਂ ਜ਼ਰੂਰ, ਜੇ ਤੁਸੀਂ ਆਗਿਆ ਦਿਓ ਤੇ ਮੈਂ ਗਾ ਕੇ ਜ਼ਰੂਰ ਸੁਣਾਵਾਂ। ਜ਼ਰੂਰ। ਹਾਂਜੀ। ਜਦੋਂ ਨੀਹਾਂ ਦੇ ਵਿੱਚ ਚਿਣੇ ਜਾਣ ਦਾ ਹੁਕਮ ਹੋ ਗਿਆ ਤਾਂ ਅਗਲੇ ਦਿਨ ਜੋ ਉੱਥੇ ਮਟੀਰੀਅਲ ਚਾਹੀਦਾ ਸੀ, ਇੱਟਾਂ ਚਾਹੀਦੀਆਂ ਸਨ, ਚੂਨਾ ਚਾਹੀਦਾ ਸੀ, ਗਾਰਾ ਚਾਹੀਦਾ ਸੀ, ਫਤਿਹ ਸਿੰਘ ਦਾ ਮਾਸੂਮ ਚਿਹਰਾ ਵੇਖ ਕੇ ਜਲਾਦ ਕੰਬ ਉੱਠਿਆ ਤੇ ਗਾਰੇ ਦੇ ਭੱਜ ਮਾਤਾ ਗੁਜਰੀ ਜੀ ਨੂੰ ਕਹਿਣ ਲੱਗਾ, ਜੇਕਰ ਅੰਮੀਏ ਜਰਾ ਕੁ ਝਿਜਕਿਆ ਤਾਂ ਮੈਨੂੰ ਮੇਰਿਆਂ ਮਾਲਕਾਂ ਝਿੜਕਣਾ ਹੈ। ਇੱਟਾਂ ਭਾਰੀਆਂ ਨੇ, ਜਿੰਦਾਂ ਹੌਲੀਆਂ ਨੇ, ਬਾਲਾਂ ਕੰਬਣਾ ਡੋਲਣਾ ਥਿੜਕਣਾ ਹੈ। ਪਾਣੀ ਕਿਹਾ ਮਾਸੂਮਾਂ ਨੇ ਸਹਿਮ ਕੇ ਤੇ ਲਹੂ ਤੇਰਿਆਂ ਦੀਦਿਆਂ ਛਿੜਕਣਾ ਹੈ। ਜਾਂਦੀ ਵਾਰ ਦਾ ਕਾਲਜੇ ਨਾਲ ਲਾ ਲੈ, ਤੇਰਾ ਫੇਰ ਜੂ ਕਾਲਜਾ ਧੜਕਣਾ ਹੈ। ਮਾਤਾ ਗੁਜਰੀ ਜੀ ਅੱਗੋਂ ਜਵਾਬ ਦਿੱਤਾ, ਮੇਰਾ ਨਾਂ ਗੁਜਰੀ, ਮੇਰੀ ਅਲ ਗੁਜਰੀ, ਇਹੋ ਜਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਪਹਿਲਾਂ ਪਤੀ ਦਿੱਤਾ, ਫਿਰ ਮੈਂ ਪੋਤੇ ਵਾਰੇ, ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ। ਗੁਜਰੀ ਲੋਕ ਤਾਈਓ ਮੈਨੂੰ ਆਖਦੇ ਨੇ, ਜਿਹੜੀ ਪਈ ਸਿਰ ਤੇ ਉਹ ਮੈਂ ਚੱਲ ਗੁਜਰੀ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਦੋਂ ਮਾਤਾ ਸੁੰਦਰੀ ਜੀ ਨੇ, ਮਾਤਾ ਜੀਤਾ ਜੀ ਨੇ ਪੁੱਛਿਆ ਕਿ ਸਾਹਿਬਜ਼ਾਦੇ ਕਿੱਥੇ ਨੇ, ਤਾਂ ਉਹਨਾਂ ਨੇ ਜਵਾਬ ਦਿੱਤਾ, ਇਨ ਪੁੱਤਰਨ ਕੇ ਵਾਰ ਨੇ, ਵਾਰ ਦਿਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਇਸੇ ਗੱਲ ਕਰਕੇ ਮੈਂ ਆਪਣੇ ਮਾਤਾ ਗੁਜਰੀ ਕਾਲਜ ਦੇ ਸਟੂਡੈਂਟਸ ਨੂੰ, ਮੈਂ ਆਪਣੇ ਪੰਜਾਬ ਦੇ ਸਟੂਡੈਂਟਸ ਨੂੰ, ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਦੇ ਹੋਏ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਇਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਸਿਰਫ ਇੰਨਾ ਕਰੀਏ ਕਿ ਅਸੀਂ ਜਿਹੜਾ ਦਸਤਾਰਾਂ ਸਾਡੇ ਸਿਰਾਂ ਤੋਂ ਲੈ ਗਈਆਂ ਨੇ, ਚੁੰਨੀਆਂ ਸਾਡੇ ਸਿਰਾਂ ਤੋਂ ਗਾਇਬ ਹੋ ਗਈਆਂ ਨੇ, ਅਸੀਂ ਉਹ ਜ਼ਰੂਰ ਆਪਣੇ ਸਿਰਾਂ ਦੇ ਉੱਤੇ ਸਜਾਈਏ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਣ ਸੀ ਤੁਹਾਡੇ ਤੇ, ਔਰ ਕੌਮ ਨੇ ਉਹਨਾਂ ਦਾ ਮਾਣ ਰੱਖਿਆ। ਜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ 4 ਸੁਪੁੱਤਰ ਸ਼ਹੀਦ ਕਰਾਏ, ਤਾਂ ਮੀਰ ਮੰਨੂ ਦੀ ਕੈਦ ਦੇ ਵਿੱਚ ਸਿੱਖ ਕੌਮ ਦੀਆਂ ਔਰਤਾਂ ਨੇ ਬੱਚਿਆਂ ਦੇ ਟੁਕੜੇ ਕਰਵਾ ਕੇ ਆਪਣੇ ਗਲਾਂ 'ਚ ਪਾਏ। ਬਹੁਤ ਵੱਡੀ ਕੁਰਬਾਨੀ ਹੈ ਜੀ। ਸਿੰਘਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ। ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਲਾਸਾਨੀ, ਜਿਹਦੀ ਦੁਨੀਆ ਦੇ ਉੱਤੇ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਐਗਜ਼ਾਮਪਲ, ਕਿ 4 ਸਾਲ ਦਾ ਬੱਚਾ ਆਪਣੇ ਸਾਹਮਣੇ ਕਤਲ ਕਰਵਾਉਣਾ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਰ ਸਵਾਈ ਹੋਈ। ਸੋ ਇਸ ਧਰਤੀ ਨੂੰ ਨਤਮਸਤਕ ਹੈ ਕਰਦੇ ਹਾਂ ਅਸੀਂ,
ਧੰਨ ਧੰਨ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਦਾ ਬਹੁਤ ਬਹੁਤ ਉਹਨਾਂ ਨੇ ਕਿਰਪਾ ਕੀਤੀ। ਜੀ ਮੈਨੂੰ ਇਸ ਧਰਤੀ ਦੇ ਉੱਤੇ ਬਹੁਤ ਲੰਮਾ ਸਮਾਂ ਜੌਬ ਕਰਨ ਦਾ ਮੌਕਾ ਮਿਲਿਆ ਹੈ ਔਰ ਹੁਣ ਵੀ ਵਾਹਿਗੁਰੂ ਦੀ ਕਿਰਪਾ ਰਹੇ, ਤੰਦਰੁਸਤੀ ਬਖਸ਼ਣ। ਮੈਂ ਜ਼ਰੂਰ ਆਪਣੇ ਕਾਲਜ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀ ਰਹਾਂਗੀ, ਕਿਉਂਕਿ ਇੰਨੀ ਜਲਦੀ ਇਸ ਕਾਲਜ ਨੂੰ ਭੁੱਲਣਾ ਮੇਰੇ ਵਾਸਤੇ ਸੌਖਾ ਨਹੀਂ ਹੈ। ਤੇ ਬਹੁਤ ਬਹੁਤ ਧੰਨਵਾਦ ਹੈ। ਇਹ ਕਾਲਜ ਤੁਹਾਡਾ ਹੈ ਮੈਮ, ਹਮੇਸ਼ਾ ਤੁਹਾਡਾ ਹੀ ਰਹੇਗਾ। ਥੈਂਕ ਯੂ। ਔਰ ਤੁਹਾਡਾ ਧੰਨਵਾਦ, ਪ੍ਰਿੰਸੀਪਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਔਰ ਜਰਨਲਿਜ਼ਮ ਡਿਪਾਰਟਮੈਂਟ ਦਾ ਧੰਨਵਾਦ ਜਿਨੇ ਮੇਰੀਆਂ ਭਾਵਨਾਵਾਂ ਸਾਂਝੀਆਂ ਕਰਨ ਦਾ ਮੈਨੂੰ ਮੌਕਾ ਦਿੱਤਾ ਹੈ। ਤੇ ਸਭ ਤੋਂ ਵੱਧ ਧੰਨਵਾਦ ਮੇਰੇ ਬੱਚਿਆਂ ਦਾ, ਮੇਰੇ ਸਟੂਡੈਂਟਸ ਦਾ। ਮੈਂ ਆਸ ਕਰਨੀ ਆ ਔਰ ਹਮੇਸ਼ਾ ਕਹਿੰਦੀ ਵੀ ਆ ਕਿ ਮੈਂ ਵੇਟ ਕਰਾਂਗੀ ਤੁਹਾਡੇ ਫੋਨ ਦੀ, ਜਦੋਂ ਤੁਸੀਂ ਮੈਨੂੰ ਫੋਨ ਕਰਕੇ ਦੱਸੋਗੇ ਕਿ ਮੈਡਮ ਮੈਨੂੰ ਆਹ ਜੌਬ ਮਿਲ ਗਈ ਹੈ। ਜੀ Thank you. ਬਹੁਤ ਬਹੁਤ ਧੰਨਵਾਦ ਮੈਮ।